रेडियो पंच 1521 AM प्रोग्राम ਦੇ ਅਗਲੇ ਪੜਾਅ 'ਚ ਪਹੁੰਚ ਗਏ ਆ। ਕੁਝ ਗੱਲਬਾਤ ਹੋਰ ਕਰਦੇ ਆ ਪਹਿਲੀ ਸੰਸਾਰਕ ਜੰਗ ਤੇ ਆਪਾਂ ਕਿੱਥੇ ਪਹੁੰਚੇ ਸੀ। ਲੜੀ ਫੇਰ ਜੋੜੀਏ ਕਿ ਆਪਾਂ ਕਿਹਾ ਸੀਗਾ ਕਿ ਸਰਬੀਆ ਹੰਗਰੀ ਦੇ ਵਿੱਚ ਲੜਾਈ ਸ਼ੁਰੂ ਹੋਈ। ਰਸ਼ੀਆ ਸਰਬੀਆ ਦੀ ਮਦਦ ਤੇ ਆ ਗਿਆ। ਜਰਮਨੀ ਪਹਿਲਾਂ ਹੀ ਅਲਾਇੰਸ ਸੀਗਾ ਉਹਦਾ ਹੰਗਰੀ ਆਸਟਰੀਆ ਦੇ ਨਾਲ। ਉਹਨੇ ਰਸ਼ੀਆ ਨੂੰ ਕਿਹਾ ਤੂੰ ਪਿੱਛੇ ਹਟ ਜਾ। ਰਸ਼ੀਆ ਨਹੀਂ ਹਟਿਆ ਕਿਉਂਕਿ ਸਰਬੀਆ ਕਮਜ਼ੋਰ ਸੀ, ਆਸਟਰੀਆ ਹੰਗਰੀ ਤੇਜ਼ ਸੀ। ਫਰਾਂਸ ਨੂੰ ਕਿਹਾ, ਫਰਾਂਸ ਨੇ ਕੋਈ ਸਹੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਰਮਨੀ ਨੂੰ ਕਿ ਪਿੱਛੇ ਹਟਣਾ, ਪਰ ਉਹਨੇ ਅੰਦਰੋਂ ਅੰਦਰ ਆਪਣੇ ਰਿਜ਼ਰਵਰਸ ਬੁਲਾ ਲਏ, ਤਿਆਰੀ ਸ਼ੁਰੂ ਕਰ ਦਿੱਤੀ ਕਿ ਲੜਾਈ ਉੱਤੇ ਹਮਲਾ ਹੋ ਸਕਦਾ ਆ। ਸਮਾਂ ਆ ਗਿਆ ਅਗਸਤ। ਜਰਮਨੀ ਨੇ ਬੈਲਜੀਅਮ ਨੂੰ ਕਿਹਾ ਕਿ ਅਸੀਂ ਫਰਾਂਸ 'ਤੇ ਹਮਲਾ ਕਰਨ ਦੇ ਲਈ ਸਾਨੂੰ ਪਾਸੇ ਚਾਹੀਦਾ, ਅਸੀਂ ਤੇਰੇ ਮੁਲਕ 'ਚ ਹੀ ਲੰਘਣਾ। ਬੈਲਜੀਅਮ ਨੇ ਇਨਕਾਰ ਕੀਤਾ, ਪਰ ਫਿਰ ਵੀ ਕੀ ਹੋਇਆ ਕਿ ਬੈਲਜੀਅਮ 'ਤੇ ਜਰਮਨੀ ਨੇ ਹਮਲਾ ਕਰ ਦਿੱਤਾ। ਜਰਮਨੀ ਨੇ ਵਿਰੋਧ ਕੀਤਾ। ਬ੍ਰਿਟਿਸ਼ ਦਾ ਸਮਝੌਤਾ ਸੀਗਾ ਬੈਲਜੀਅਮ ਦੇ ਨਾਲ ਕਿ ਅਸੀਂ ਜਦੋਂ ਵੀ ਤੇਰੇ ਨਾਲ ਕੋਈ ਤੇਰੇ 'ਤੇ ਹਮਲਾ ਹੋਏਗਾ ਅਸੀਂ ਤੇਰੀ ਮਦਦ ਕਰਾਂਗੇ। ਸੋ ਬ੍ਰਿਟਿਸ਼ ਨੇ ਵੀ ਵਾਰਨ ਕੀਤਾ ਜਰਮਨੀ ਨੂੰ ਕਿ ਤੁਸੀਂ ਬੈਲਜੀਅਮ 'ਤੇ ਹਮਲਾ ਨਾ ਕਰੋ, ਵਿੱਚੋਂ ਨਾ ਲੰਘੋ ਉਹਨੂੰ, ਪਰ ਜਰਮਨੀ ਨੇ ਨਹੀਂ ਗੱਲ ਮੰਨੀ ਅਤੇ ਬ੍ਰਿਟਿਸ਼ ਵੀ ਇੱਥੇ ਬੈਲਜੀਅਮ ਦੇ ਵਿੱਚ ਇਨਵੋਲਵ ਹੋ ਗਏ ਲੜਾਈ ਦੇ ਵਿੱਚ। ਸਭ ਤੋਂ ਪਹਿਲਾਂ ਕਿਹੜਾ 2 ਅਗਸਤ ਨੂੰ ਜਿਹੜਾ ਜਰਮਨੀ ਨੇ ਲਕਸਮਬਰਗ ਇੱਕ ਵੱਖਰਾ ਮੁਲਕ ਹੈ ਪਰ ਇੱਕ ਬਹੁਤ ਛੋਟਾ ਮੁਲਕ ਹੈ ਬੈਲਜੀਅਮ ਜਰਮਨੀ ਦੀ ਸਰਹੱਦ 'ਤੇ, ਅਤੇ ਉਹ 'ਤੇ ਕਬਜ਼ਾ ਕਰ ਲਿਆ ਅਤੇ ਬੈਲਜੀਅਮ ਵੱਲ ਨੂੰ ਵਧਣ ਲੱਗਾ। ਬੈਲਜੀਅਮ ਤੋਂ ਉਹਨੂੰ ਆਸ ਸੀਗੀ ਕਿ ਇੱਥੇ ਸਾਡਾ ਕੋਈ ਵਿਰੋਧ ਨਹੀਂ ਹੋਣਾ, ਰਜਿਸਟੈਂਸ ਨਹੀਂ ਹੋਣੀ, ਪਰ ਰਜਿਸਟੈਂਸ ਜਰਮਨ ਦੀ ਹੋ ਗਈ। ਜਰਮਨ ਨੂੰ ਇਹ ਲੱਗਦਾ ਸੀ ਕਿ ਅਸੀਂ ਕੁਝ ਦਿਨਾਂ ਦੇ ਵਿੱਚ ਲੜਾਈ ਖਤਮ ਕਰ ਦੇਣੀ ਹੈ, ਕਿ ਸਾਡੇ ਹਥਿਆਰ, ਸਾਡੀ ਫੌਜ ਬਹੁਤ ਤਾਕਤਵਰ ਹੈਗੀ ਹੈ। ਫਿਰ ਕਹਿੰਦੇ ਆ ਕਿ ਜਰਮਨੀ ਬੈਲਜੀਅਮ ਨੂੰ ਹਰਾ ਕੇ ਜਿਹੜਾ ਜਰਮਨੀ ਅੱਗੇ ਪੈਰਿਸ ਵੱਲ ਨੂੰ ਵਧਣ ਲੱਗ ਪਿਆ। ਪੈਰਿਸ ਵੱਲ ਨੂੰ ਵੱਧਦੇ ਫਰਾਂਸ ਵੱਲੋਂ ਵੀ ਉਸ ਦਾ ਵਿਰੋਧ ਕਰ ਰਿਹਾ। ਬ੍ਰਿਟਿਸ਼ ਵੀ ਉੱਥੇ ਲੜਾਈ ਫਰਾਂਸ ਦੀ ਮਦਦ 'ਤੇ ਆ ਗਏ ਜਰਮਨੀ ਦੇ ਵਿਰੁੱਧ। ਜਰਮਨੀ ਹਾਲੇ ਰਸ਼ੀਆ ਵਾਲੀ ਸਾਈਡ 'ਤੇ ਨਹੀਂ ਲੜਨਾ ਚਾਹੁੰਦਾ ਸੀਗਾ। ਉਹ ਫਰਾਂਸ ਨੂੰ ਪਹਿਲਾਂ ਸਰ ਕਰਕੇ ਫਿਰ ਰਸ਼ੀਆ ਨੂੰ ਦੇਖਣਾ ਚਾਹੁੰਦਾ ਸੀਗਾ। ਕਹਿੰਦੇ ਆ ਕਿ 80-20 ਦੀ ਤਾਕਤ ਉਹਨੇ ਚੁੱਕੀ। 80% ਜਰਮਨੀ ਨੇ ਆਪਣੀ ਤਾਕਤ ਜਿਹੜੀ ਹੈ ਫਰਾਂਸ ਵੱਲ ਨੂੰ ਲਾਤੀ, 20% ਹੀ ਰਸ਼ੀਆ ਵੱਲ ਛੱਡੀ। ਰਸ਼ੀਆ ਉੱਧਰ ਲੜ ਰਿਹਾ ਸੀਗਾ ਸਰਬੀਆ ਦੇ ਵਿੱਚ, ਆਸਟਰੀਆ ਅਤੇ ਹੰਗਰੀ ਦੇ ਨਾਲ ਉਹ ਮਦਦ ਕਰ ਰਿਹਾ ਸੀਗਾ। ਹੁਣ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਦੱਸ ਦੇਵਾਂ ਕਿ ਇਹਦੇ ਵਿੱਚ ਇਟਲੀ ਦੀ ਪੋਜੀਸ਼ਨ, ਇਟਲੀ ਪਹਿਲਾਂ ਅਲਾਇੰਸ ਸੀਗਾ ਜਰਮਨੀ ਦੇ ਨਾਲ, ਪਰ ਇਸ ਟਾਈਮ ਇਟਲੀ ਨੇ ਕਹਿ ਦਿੱਤਾ ਕਿ ਅਸੀਂ ਇਸ ਲੜਾਈ ਦੇ ਵਿੱਚ ਨਹੀਂ ਆਉਣਾ। ਅਤੇ ਇਟਲੀ ਦੀ ਪੋਜੀਸ਼ਨ ਤੋਂ ਇਹ ਕਲੀਅਰ ਹੋਣ ਤੋਂ ਬਾਅਦ ਜਰਮਨੀ ਜਦੋਂ ਪੈਰਿਸ 'ਤੇ ਘੇਰਾ ਪਾਇਆ, ਅਤੇ ਇੱਥੇ ਪਹਿਲਾਂ ਜਰਮਨੀ ਬਹੁਤ ਜਲਦੀ ਅੱਗੇ ਵੱਧ ਗਿਆ, ਪਰ ਫਿਰ ਫਰਾਂਸ ਅੜਨ ਲੱਗਾ। ਤੁਹਾਨੂੰ ਮੈਂ ਇੱਕ ਗੱਲ ਦੱਸਾਂ ਕਿ ਇਹ ਟ੍ਰੈਂਚਸ ਦੀ ਲੜਾਈ ਕਿਹਾ ਜਾਂਦਾ ਆ। ਟ੍ਰੈਂਚਸ ਦੇ ਵਿੱਚ ਕਿਹਾ ਜਾਂਦਾ ਕਿ ਲੜਾਈ ਲੜੀ ਗਈ, ਪਰ ਬਹੁਤੀ ਲੜਾਈ ਟ੍ਰੈਂਚਸ ਦੇ ਵਿੱਚ ਲੜੀ ਗਈ। ਬੰਬਾਂ ਤੋਂ ਬਚਣ ਦੇ ਲਈ ਖੁਦਾਈ ਕਰ ਲੈਂਦੀ ਜਾਂਦੀ ਸੀ, ਟ੍ਰੈਂਚ ਬਣਾ ਲਏ ਜਾਂਦੇ ਸੀਗੇ, ਅਤੇ ਉਹਨਾਂ ਵਿੱਚ ਲੜਾਈ ਬੰਬਾਂ ਤੋਂ ਬਚਣ ਦੇ ਲਈ, ਤੋਪ ਗੋਲਿਆਂ ਤੋਂ, ਟੈਂਕ ਗੋਲਿਆਂ ਤੋਂ ਬਚਣ ਦੇ ਲਈ ਲੁਕਿਆ ਜਾਂਦਾ ਸੀਗਾ। ਅਤੇ ਇਹ ਲੜਾਈ ਕਾਫੀ ਚਿਰ ਇੱਥੇ ਚੱਲਦੀ ਰਹੀ। ਹੁਣ ਬ੍ਰਿਟਿਸ਼ ਅੰਪਾਇਰ ਬਹੁਤ ਵੱਡਾ ਸੀਗਾ ਅਤੇ ਲੜਾਈ ਜਿਹੜੀ ਆ ਜਰਮਨ ਦੇ ਨਾਲ ਸੀਗੀ। ਜਰਮਨ ਦੀ ਪ੍ਰੈਜੈਂਸ ਅਫਰੀਕਾ ਦੇ ਵਿੱਚ ਵੀ ਸੀਗੀ ਅਤੇ ਪੈਸੀਫਿਕ ਦੇ ਵਿੱਚ ਵੀ ਸੀਗੀ। ਨਿਊਜ਼ੀਲੈਂਡ, ਆਸਟ੍ਰੇਲੀਆ, ਨਿਊ ਗਿਨੀ ਦੇ ਵਿੱਚ ਜਰਮਨ ਸੀਗਾ, ਉੱਥੇ ਵੀ ਹਮਲਾ ਹੋ ਗਿਆ। ਸਮੋਆ ਦੇ ਵਿੱਚ ਜਰਮਨ ਸਮੋਆ ਹੈਗਾ, ਉੱਥੇ ਵੀ ਹਮਲਾ ਨਿਊਜ਼ੀਲੈਂਡ, ਆਸਟ੍ਰੇਲੀਆ ਨੇ, ਕਿਉਂਕਿ ਇਹ ਕਾਮਨਵੈਲਥ ਮੁਲਕ ਸੀਗੇ, ਉੱਥੇ ਵੀ ਹਮਲਾ ਹੋ ਗਿਆ। ਮਾਈਕਰੋਨੇਜ਼ੀਅਮ ਆਈਲੈਂਡ ਹੈਗੀਆਂ ਉੱਥੇ ਵੀ ਪੈਸੀਫਿਕ ਦੇ ਵਿੱਚ ਜਰਮਨ ਦੇ ਉਹ ਖੇਤਰਾਂ 'ਤੇ ਕਬਜ਼ਾ ਕਰ ਲਿਆ ਨਿਊਜ਼ੀਲੈਂਡ, ਆਸਟ੍ਰੇਲੀਆ ਨੇ। ਅਫਰੀਕਾ ਦੀਆਂ ਕਲੋਨੀਆਂ ਦੇ ਵਿੱਚ ਜਰਮਨ ਜਿਹੜੀਆਂ ਕਲੋਨੀਆਂ ਸੀਗੀਆਂ, ਟੋਗੋਲੈਂਡ ਵਗੈਰਾ, ਕੈਮਰਨ ਵਗੈਰਾ, ਉੱਥੇ ਵੀ ਲੜਾਈ ਸ਼ੁਰੂ ਹੋ ਗਈ। ਅਤੇ ਫਿਰ ਗੱਲ ਕੀ, ਇੰਡੀਅਨ ਫੌਜਾਂ ਵੀ ਮਦਦ 'ਤੇ ਆ ਗਈਆਂ। ਉਹ ਕਿਵੇਂ ਆਈਆਂ ਉਹਦੇ ਡਿਟੇਲ ਆਪਾਂ ਗੱਲ ਅਗਲੀ ਪੜਾਅ ਦੇ ਵਿੱਚ ਕਰਾਂਗੇ, ਕਿਉਂਕਿ ਬਹੁਤ ਸਾਰੀਆਂ ਹੋਰ ਗੱਲਾਂ ਵੀ ਹੈਗੀਆਂ। ਅਤੇ ਇੰਡੀਅਨਾਂ ਨੂੰ ਕੀ ਕਿਹਾ ਗਿਆ, ਕੀ ਕੋ ਪ੍ਰੋਮਿਸ ਕੀਤਾ ਗਿਆ ਸੀਗਾ, ਜਾਂ ਇੰਡੀਅਨ ਕਾਹਤੇ ਇੰਨਾ ਬ੍ਰਿਟਿਸ਼ ਦੀ ਮਦਦ 'ਤੇ ਆ ਗਏ। 1.3 ਮਿਲੀਅਨ ਇੰਡੀਅਨ ਟਰੂਪ ਲੜੇ ਸੀਗੇ ਬ੍ਰਿਟਿਸ਼ ਅੰਪਾਇਰ ਦੇ ਲਈ। ਮਿਡਲ ਈਸਟ ਵਿੱਚ ਲੜਾਈ ਚੱਲੀ, ਖਾਈਆਂ ਦੇ ਵਿੱਚ, ਟ੍ਰੈਂਚਸ ਦੇ ਵਿੱਚ ਲੜਾਈ ਚੱਲੀ।
ਇਸੇ ਤਰ੍ਹਾਂ ਓਟੋਮਨ ਅੰਪਾਇਰ ਜਿਹੜਾ ਸੀਗਾ ਉਹ ਵੀ ਇਨਵੋਲਵ ਹੋਇਆ। ਬਾਲਕਨ ਦੇ ਵਿੱਚ ਲੜਾਈ ਚੱਲੀ, ਅਤੇ ਇੱਦਾਂ ਹੀ ਰੋਮੇਨੀਆ ਕਹਿ ਲਓ, ਇਟਲੀ ਕਿਵੇਂ ਲੜਾਈ ਦੇ ਵਿੱਚ ਇਨਵੋਲਵ ਹੋਇਆ। USA ਕਿਹੜੀ ਇੱਕ ਵੱਡੀ ਘਟਨਾ ਸੀਗੀ ਜਿਹਦੇ ਕਰਕੇ USA ਵੀ ਲੜਾਈ ਦੇ ਵਿੱਚ ਆ ਗਿਆ। ਅਤੇ ਹੋਰ ਜਾਪਾਨ ਜਾਂ ਹੋਰ ਮੁਲਕ ਇਹਦੇ ਵਿੱਚ ਕਿਵੇਂ ਇਨਵੋਲਵ ਹੋ ਗਏ, ਇਹ ਗੱਲ ਮੈਂ ਤੁਹਾਨੂੰ ਅਗਲੇ ਪ੍ਰੋਗਰਾਮ 'ਚ ਦੱਸਣੀ ਆ, ਕਿਉਂਕਿ ਅੱਧੇ ਤੋਂ ਜ਼ਿਆਦਾ ਸਮਾਂ ਇਹ ਗੱਲਬਾਤ ਨੇ ਲੈ ਲਿਆ। ਅਗਲੇ ਹਫ਼ਤੇ ਮੈਂ ਇਹ ਗੱਲਾਂ ਬਾਤਾਂ ਦੱਸੂੰਗਾ ਕਿ ਲੜਾਈ ਫਿਰ ਕਿਵੇਂ ਸਮੇਟੀ ਗਈ, ਕਿਵੇਂ ਖਤਮ ਹੋਈ, ਦੂਸਰੇ ਮੁਲਕ ਕਿਵੇਂ ਇਹਦੇ ਵਿੱਚ ਰਲੇ, ਕਾਰਨ ਕੀ ਬਣੇ। ਇਹ ਗੱਲਬਾਤ ਮੈਂ ਤੁਹਾਡੇ ਅਗਲੇ ਹਫ਼ਤੇ ਤੁਹਾਡੇ ਨਾਲ ਕਰੂੰਗਾ। ਹੁਣ ਆਪਾਂ ਇੱਕ ਬ੍ਰੇਕ ਵੱਲ ਚੱਲਦੇ ਹਾਂ, ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਰੇਡੀਓ 5 ਮੈਂ ਹਾਂ ਜਸਵਿੰਦਰ ਸਿੰਘ ਜਸ, ਪ੍ਰੋਗਰਾਮ ਵਿਰਸਾ। ਗੱਲਬਾਤ ਆਪਾਂ ਇਸ ਹਫ਼ਤੇ ਦੀਆਂ ਕੁਝ ਘਟਨਾਵਾਂ ਦੀ ਕਰਨੀ ਆ। ਉਸ ਤੋਂ ਪਹਿਲਾਂ ਮੈਂ ਗੁਰਮੇਲ ਸਿੰਘ ਜੀ ਹੁਣਾਂ ਦਾ ਧੰਨਵਾਦ ਕਰਾਂ ਪ੍ਰੋਗਰਾਮ ਵਿੱਚ ਕਾਲ ਕਰਨ ਲਈ ਅਤੇ ਪ੍ਰੋਗਰਾਮ ਪਸੰਦ ਕਰਨ ਲਈ ਸ਼ੁਕਰੀਆ। ਅਤੇ ਗਾਣਾ ਵੀ ਤੁਸੀਂ ਪਸੰਦ ਕੀਤਾ, ਬਹੁਤ ਸ਼ੁਕਰੀਆ। ਗੱਲ ਇਸ ਅੱਜ ਦੇ ਘਟਨਾਵਾਂ ਦੀ। ਪੈਪਸੂ ਆਪਾਂ ਨੂੰ ਪਤਾ ਆ ਕਿ ਰਿਆਸਤ ਪੈਪਸੂ ਕੁਝ ਸਮਾਂ ਇੱਕ ਸੂਬੇ ਵਜੋਂ ਕੰਮ ਕੀਤਾ ਉਹਨੇ। ਪੈਪਸੂ ਦਾ ਮਤਲਬ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ। ਇਹਦੇ ਵਿੱਚ 8 ਸਟੇਟਾਂ ਸੀਗੀਆਂ, ਪਟਿਆਲਾ, ਜੀਂਦ, ਕਪੂਰਥਲਾ, ਨਾਭਾ, ਫਰੀਦਕੋਟ, ਮਲੇਰਕੋਟਲਾ ਇੱਕ ਮੁਸਲਿਮ ਸਟੇਟ ਸੀ। ਇੱਦਾਂ ਹੀ ਹਿਮਾਚਲ ਦੇ ਵਿੱਚ ਕੁਝ ਏਰੀਆ ਹੈਗੇ, ਕਲਸੀਆ, ਨਾਲਾਗੜ੍ਹ। ਇਹ ਜਿਹੜੀਆਂ ਪ੍ਰਿੰਸਲੀ ਸਟੇਟਸ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਕਿ ਰਾਜਿਆਂ ਦੇ ਛੋਟੇ ਛੋਟੇ ਰਾਜ ਹੁੰਦੇ ਸੀਗੇ, ਕਿ ਬ੍ਰਿਟਿਸ਼ ਨੇ ਵੀ ਉਹਨਾਂ ਦਾ ਸਟੇਟਸ ਇਸ ਤਰ੍ਹਾਂ ਰੱਖਿਆ ਸੀ, ਭਾਵੇਂ ਕਿ ਉਹ ਬ੍ਰਿਟਿਸ਼ ਦੇ ਗੁਲਾਮ ਹੀ ਸੀਗੇ। ਕੰਮ ਉਹਨਾਂ ਨੇ ਬ੍ਰਿਟਿਸ਼ ਦੇ ਨਾਲ ਹੀ ਰਲ ਕੇ ਕੀਤਾ, ਪਰ ਇਹ ਸਟੇਟਾਂ ਨੂੰ ਕਾਇਮ ਰੱਖ ਲਿਆ ਸੀਗਾ ਕਿਉਂਕਿ ਉਹਨਾਂ ਨੇ ਬ੍ਰਿਟਿਸ਼ ਦੀ। ਸੋ ਇਹ ਜਿਹੜਾ ਕਹਿ ਲਓ ਕਿ ਇਹ ਸਟੇਟਾਂ ਬਣੀਆਂ, ਇਹ ਵੱਲਭ ਭਾਈ ਪਟੇਲ ਡਿਪਟੀ ਹੁੰਦੇ ਸੀਗੇ, ਡਿਪਟੀ ਪ੍ਰਾਈਮ ਮਿਨਿਸਟਰ ਵੱਲਭ ਭਾਈ ਪਟੇਲ ਗੁਜਰਾਤੀ ਭਾਈ, ਉਹਨਾਂ ਨੇ ਸੰਗਠਨ ਕੀਤਾ ਸੀ ਤਾਂ ਕਿ ਹੌਲੀ ਹੌਲੀ ਇਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਰਲਾਇਆ ਜਾ ਸਕੇ। ਪਰ ਇਹ ਸਟੇਟਾਂ ਕੁਝ ਸਮਾਂ ਬਣੀਆਂ। ਇਸ ਦੇ ਜਿਹੜੇ ਪ੍ਰੀਮੀਅਰ ਹੈਗੇ ਆ ਮਹਾਰਾਜਾ ਪਟਿਆਲਾ ਵੀ ਰਹੇ, ਰਾਜਧਾਨੀ ਵੀ ਪਟਿਆਲਾ ਰਹੀ, ਪਰ ਬਾਅਦ ਦੇ ਵਿੱਚ ਇਹਨੂੰ 1956 ਜਿਹੜਾ ਮੈਗਾ ਪੰਜਾਬ ਬਣਾਇਆ ਗਿਆ ਸੀਗਾ, ਜਿਹਦੇ ਵਿੱਚ ਹਿਮਾਚਲ ਹਰਿਆਣਾ ਵੀ ਸੀਗੇ, ਉਹਦੇ ਵਿੱਚ ਇਹਨਾਂ ਸਟੇਟਾਂ ਨੂੰ ਰਲਾ ਲਿਆ ਸੀ। ਅਤੇ ਇੱਥੋਂ ਬਾਅਦ ਜਿਹੜਾ ਪੰਜਾਬ ਦਾ ਇਤਿਹਾਸ ਹੋਰ ਸ਼ੁਰੂ ਹੁੰਦਾ, ਪੰਜਾਬੀ ਸੂਬੇ ਦੀ ਮੰਗ ਸ਼ੁਰੂ ਹੁੰਦੀ ਹੈ। ਪਰ ਇਹ ਜੁਲਾਈ 1948 ਦੀ ਘਟਨਾ ਸੀ ਕਿ ਪੈਪਸੂ। ਗੱਲ ਕਰਦੇ ਹਾਂ ਐਡਵਰਟਾਈਜ਼ਿੰਗ ਦਾ ਟਾਈਮ ਆ, ਉਹਨੂੰ ਸੁਣ ਕੇ ਫਿਰ ਅਗਲੀ ਗੱਲ ਕਰਦੇ ਹਾਂ ਕਿ ਆਪਾਂ ਪੈਪਸੂ ਦੀ ਗੱਲ ਕੀਤੀ ਸੀਗੀ ਕਿ ਪੈਪਸੂ ਸਟੇਟ ਬਣੀ ਸੀਗੀ 1948 'ਚ। ਅਤੇ ਮੈਂ ਪਟਿਆਲਾ ਫੈਮਿਲੀ ਬਾਰੇ ਸਰੋਤਿਆਂ ਦੱਸਿਆ, ਮੇਰੇ ਖਿਆਲ ਸਰੋਤਿਆਂ ਨੇ ਉਹਨਾਂ ਦੀ ਕੰਟਰੀਬਿਊਸ਼ਨ ਬਾਰੇ ਮੈਨੂੰ ਕੁਛ ਸਮਝਾ ਨਹੀਂ ਸਕੇ। ਆਲਾ ਸਿੰਘ ਤੋਂ ਲੈ ਕੇ ਸ਼ੁਰੂ ਹੋਣ ਤੋਂ ਬਾਅਦ ਕਿ ਪਰਸਨਲ ਐਸ਼ੋਰਾਮ ਨੂੰ ਕੀ ਇਸ ਪਟਿਆਲਾ ਪਰਿਵਾਰ ਨੇ ਜ਼ਿਆਦਾ ਅਹਿਮੀਅਤ ਦਿੱਤੀ ਸੀ ਜਾਂ ਕਿ ਸਿੱਖ ਪੰਥ ਲਈ ਕੁਝ ਕੀਤਾ ਸੀ। ਜਿਹੜੇ ਪਟਿਆਲਾ ਫੈਮਿਲੀ ਦਾ ਕਾਫੀ ਵੱਡਾ ਫੈਮਿਲੀ ਬਿਜ਼ਨਸ ਬ੍ਰਿਟਿਸ਼ ਦੇ ਟਾਈਮ 'ਤੇ ਸੀ, ਹੁਣ ਵੀ ਹੈ, ਅਤੇ ਹਮੇਸ਼ਾ ਇੱਕ ਤੋਂ ਜ਼ਿਆਦਾ ਰਾਣੀਆਂ ਰੱਖੀਆਂ ਇਸ ਪਟਿਆਲਾ ਪਰਿਵਾਰ ਨੇ। ਅਤੇ ਇਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਕਿ ਜਦੋਂ ਫਸਟ ਵਰਲਡ ਵਾਰ, ਜਿਹਦੀ ਆਪਾਂ ਹੁਣੇ ਗੱਲ ਕਰਦੇ ਹਟੇ ਹਾਂ, ਕਿ ਬਹੁਤ ਸਾਰੇ ਨੌਜਵਾਨਾਂ ਨੂੰ, ਯੂਥ ਨੂੰ ਬ੍ਰਿਟਿਸ਼ ਦੀ ਮਦਦ ਲਈ ਰਿਕਰੂਟ ਕਰਕੇ ਇਹ ਜਿਹੜਾ ਪਟਿਆਲਾ ਫੈਮਿਲੀ ਆ, ਪਟਿਆਲਾ ਰਿਆਸਤ ਆ, ਇਸ ਨੇ ਬ੍ਰਿਟਿਸ਼ ਦੀ ਫਸਟ ਵਰਲਡ ਵਾਰ ਦੇ ਵਿੱਚ ਮਦਦ ਕਰਨ ਲਈ ਸਿੱਖਾਂ ਨੂੰ ਰਿਕਰੂਟ ਕਰਕੇ ਭੇਜਿਆ ਸੀ। ਅਗਲੀ ਘਟਨਾ ਦੀ ਗੱਲ ਕਰਦੇ ਹਾਂ 19 ਜੁਲਾਈ 1708 ਦੀ ਹੈ, ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਪਹੁੰਚੇ ਸੀਗੇ 19 ਜੁਲਾਈ ਨੂੰ, ਜਿੱਥੇ ਜਾ ਕੇ ਆਪਾਂ ਇਤਿਹਾਸ ਜਾਣਦੇ ਹਾਂ ਕਿ ਬੰਦਾ ਬਰਾਗੀ ਨੂੰ ਮਿਲੇ ਸੀ। ਬੰਦਾ ਬਰਾਗੀ ਫਿਰ ਪੰਜਾਬ ਆਇਆ ਸੀ ਅਤੇ ਆ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ, ਅਤੇ ਗੁਰੂ ਸਾਹਿਬ ਨੰਦੇੜ ਪਹੁੰਚੇ ਸੀ। ਨੰਦੇੜ 'ਤੇ ਵੀ ਬਹੁਤ ਸਾਰੀ ਗੁਰੂ ਸਾਹਿਬ ਦੀ ਯਾਦਗਾਰ ਹੈਗੀਆਂ, ਬਹੁਤ ਸਾਰੇ ਗੁਰਦੁਆਰਿਆਂ ਦੇ ਨਾਂ ਘਾਟ ਦੇ ਨਾਂ ਜਾਣੇ ਜਾਂਦੇ ਆ। ਹਜ਼ੂਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਨੰਦੇੜ। ਇਸ ਤਰ੍ਹਾਂ ਅੱਜ ਦੇ ਦਿਨ ਦੀ ਜੁਲਾਈ 2013 ਦੀ ਗੱਲ ਆ, ਪਰ ਸ਼ਾਇਦ ਮੈਂ ਕਹਾਂਗਾ ਕਿ ਸਰੋਤਿਆਂ ਨੂੰ ਇਹਦੇ ਬਾਰੇ ਤਰੀਕ ਦਾ ਹੋਰ ਜਾਣ ਕੇ ਹੋਵੇ। ਬਲੈਕ ਲਾਈਫ ਮੈਟਰ ਪਿਛਲੇ ਸਾਲ ਹੋਇਆ ਸੀ ਨਾ, ਜੋਰਜ ਫਲੋਇਡ
2020 ਦੇ ਵਿੱਚ ਹੋਇਆ ਸੀ ਜੋਰਜ ਫਲੋਇਡ ਪ੍ਰੋਟੈਸਟ, ਆਈ ਕੌਂਟ ਬਰੀਥ, ਜਿਹੜਾ ਇੱਕ ਕਾਲੇ ਨੂੰ ਪੁਲਿਸ ਆਫਿਸਰਸ ਨੇ USA ਦੇ ਵਿੱਚ ਉਹਦੇ ਗਲੇ 'ਤੇ ਗੋਡਾ ਰੱਖ ਕੇ ਉਹਨੂੰ ਸਾਹ ਨਾ ਆਉਣ ਕਰਕੇ ਉਹਦੀ ਮੌਤ ਹੋ ਗਈ ਸੀਗੀ। ਅਤੇ ਉਹਦੇ ਵਿੱਚ ਮੂਵਮੈਂਟ ਚੱਲੀ ਸੀ ਬਲੈਕ ਲਾਈਫ ਮੈਟਰਸ, ਕਿ ਜਿਹੜੀ ਕਾਲੇ ਲੋਕਾਂ ਦੀ ਜਾਨ ਹੈ ਉਹਦੀ ਵੀ ਕੋਈ ਕੀਮਤ ਹੈ, ਇਹ ਨਹੀਂ ਕਿ ਉਹਨੂੰ ਪੁਲਿਸ ਉੱਦਾਂ ਹੀ ਮਾਰ ਦੇਵੇ। ਪਰ ਇਹ ਜਿਹੜੀ ਬਲੈਕ ਲਾਈਫ ਮੈਟਰਸ ਅਸਲ ਦੇ ਵਿੱਚ ਇਹ ਮੂਵਮੈਂਟ 2013 ਦੇ ਵਿੱਚ ਸ਼ੁਰੂ ਹੋ ਚੁੱਕੀ ਸੀਗੀ। ਜੋਰਜ ਫਲੋਇਡ ਦੇ ਨਾਲ ਅਸੀਂ ਹੁਣ ਦੀ ਘਟਨਾ ਆ, ਪਰ ਅਫਰੀਕਨ ਅਮੈਰੀਕਨ ਸੀ ਟ੍ਰੇਵਰ ਮਾਰਟਿਨ ਨੂੰ ਵੀ ਇਸੇ ਤਰ੍ਹਾਂ ਮਾਰ ਦਿੱਤਾ ਗਿਆ ਸੀਗਾ ਜੁਲਾਈ 2013 ਦੇ ਵਿੱਚ, ਜਿਹਦੇ ਕਰਕੇ ਇਹ ਬਲੈਕ ਲਾਈਫ ਮੈਟਰਸ ਮੂਵਮੈਂਟ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀਗੀ। ਇਹ ਜ਼ਿਆਦਾ ਫਿਰ ਉੱਭਰੀ ਸੀਗੀ ਜਦੋਂ ਜੋਰਜ ਫਲੋਇਡ ਨੂੰ ਪੁਲਿਸ ਨੇ ਪਿਛਲੇ ਸਾਲ ਮਾਰ ਦਿੱਤਾ ਸੀਗਾ। ਸਰੋਤਿਆਂ ਨੂੰ ਪਤਾ ਹੋਣਾ ਹੈ ਕਿ ਪੁਲਿਸ ਵਾਲੇ ਅਰੈਸਟਡ ਆ ਅਤੇ ਉਹਨਾਂ 'ਤੇ ਕੇਸ ਚੱਲ ਰਿਹਾ ਹੈਗਾ ਅਤੇ ਉਹਨਾਂ ਨੂੰ ਸਜ਼ਾ ਵੀ ਹੋਣੀ ਹੈ। ਜੁਲਾਈ ਇਸੇ ਹਫਤੇ ਦੀ 16 ਦੀ 1945 ਦੀ ਘਟਨਾ ਆ, ਜਿਹੜਾ ਐਟਮ ਬੰਬ ਦਾ ਪਹਿਲਾ ਟੈਸਟ USA ਨੇ ਕੀਤਾ ਸੀਗਾ ਸਾਂਟਾ ਫੇ ਮੈਕਸੀਕੋ, ਜਿਹੜਾ USA ਪਾਰਟ ਦਾ ਮੈਕਸੀਕੋ ਹੈਗਾ ਰੇਗਿਸਤਾਨ ਦੇ ਵਿੱਚ। ਇਹ 1945 ਨੂੰ ਇਹ ਟੈਸਟ ਕੀਤਾ ਸੀਗਾ। ਇਸ ਘਟਨਾ ਦੇ ਟਾਈਮ 'ਤੇ ਜਦੋਂ ਇਹ ਟੈਸਟ ਕੀਤਾ ਗਿਆ ਸੀਗਾ ਉਦੋਂ ਅਜੇ ਸੈਕੰਡ ਵਰਲਡ ਵੋਰ ਚੱਲ ਹੀ ਰਹੀ ਸੀਗੀ। ਜਰਮਨੀ ਨੇ ਹਾਰ ਮੰਨ ਲਈ ਸੀ, ਜਾਪਾਨ ਅਜੇ ਵੀ ਲੜ ਰਿਹਾ ਸੀਗਾ। ਜਦੋਂ ਇਹ ਪਹਿਲਾ ਐਟਮ ਬੰਬ ਦਾ ਟੈਸਟ ਕੀਤਾ ਗਿਆ ਸੀਗਾ, ਕਹਿੰਦੇ ਕਿ 40,000 ਫੁੱਟ ਤੱਕ ਉੱਪਰ ਅਸਮਾਨ ਦੇ ਵਿੱਚ ਲਾਈਟ ਉੱਠੀ ਸੀਗੀ ਜਦੋਂ ਟੈਸਟ ਕੀਤਾ ਇਹਨੂੰ USA ਦੇ ਵਿੱਚ। ਅਟੋਮਿਕ ਬੰਬ, ਪਹਿਲਾ ਅਟੋਮਿਕ ਬੰਬ ਟੈਸਟ ਕੀਤਾ ਸੀਗਾ। ਇੱਕ ਮੁਸ਼ਰੂਮ ਵਾਂਗ ਧੂੰਆਂ ਉੱਠਿਆ ਸੀਗਾ। ਐਟਮ ਬੰਬ ਦਾ ਹਮੇਸ਼ਾ ਧੂੰਆਂ ਜਿਹੜਾ ਬਹੁਤ ਘਣਾ ਧੂੰਆਂ ਇੱਕ ਮੁਸ਼ਰੂਮ ਵਾਂਗ ਉੱਠਦਾ ਹੈਗਾ। ਅਤੇ ਬਲਕਿ ਹੈ ਜਰਮਨੀ ਚਾਹੇ ਹੁਣ ਤੱਕ ਹਾਰ ਮੰਨ ਚੁੱਕਾ ਸੀ, ਪਰ ਜਾਪਾਨ ਲੜ ਰਿਹਾ ਸੀਗਾ। ਭਾਵੇਂ ਇਹ ਜੁਲਾਈ ਦੇ ਵਿੱਚ ਇਹਦਾ ਤਜਰਬਾ ਹੋਇਆ ਸੀਗਾ, ਟੈਸਟ ਹੋਇਆ ਸੀਗਾ ਐਟਮ ਬੰਬ ਦਾ ਪਹਿਲਾ, ਪਰ ਇਹਨੂੰ ਵਰਤਿਆ ਗਿਆ ਸੀਗਾ ਜਾਪਾਨ ਤੇ ਹੀਰੋਸ਼ੀਮਾ ਤੇ ਨਾਗਾਸਾਕੀ ਵਿੱਚ 6 ਅਗਸਤ ਨੂੰ ਵਰਤਿਆ ਗਿਆ ਸੀਗਾ, ਜਿੱਥੇ ਹਜ਼ਾਰਾਂ ਲੋਕ ਮਾਰੇ ਗਏ ਸੀਗੇ ਇਸ ਐਟਮ ਬੰਬ ਦੇ ਨਾਲ, ਅਮਰੀਕਨ ਐਟਮ ਬੰਬ ਦੇ ਨਾਲ। ਅਤੇ 9 ਅਗਸਤ ਨੂੰ 1945 ਨੂੰ ਜਿਹੜਾ ਹੀਰੋਸ਼ੀਮਾ 'ਤੇ ਹਮਲਾ ਹੋਇਆ ਸੀਗਾ ਐਟਮ ਬੰਬ ਦਾ, ਜਿਸ ਕਰਕੇ ਜਿਹੜਾ ਜਾਪਾਨ ਨੇ ਫਿਰ ਹਥਿਆਰ ਸੁੱਟ ਦਿੱਤੇ ਸੀ, ਜਰਮਨੀ ਨੇ ਵੀ, ਅਤੇ ਸੈਕੰਡ ਵਰਲਡ ਵੋਰ ਖਤਮ ਹੋ ਗਈ ਸੀਗੀ। ਗੱਲ ਤੁਹਾਨੂੰ ਅਗਲੀ ਦੱਸ ਦਿੰਦੇ ਹਾਂ। ਐਮਾਜ਼ੋਨ 1995 ਵਿੱਚ ਐਮਾਜ਼ੋਨ ਸ਼ੁਰੂ ਹੋਇਆ ਸੀ 1995। ਹੁਣ ਐਮਾਜ਼ੋਨ ਪ੍ਰਾਈਮ ਬੜਾ ਮਸ਼ਹੂਰ ਹੈ, ਹਰੇਕ ਪਰਿਵਾਰ ਕੁਛ ਨਾ ਕੁਛ ਕੰਟਰੀਬਿਊਸ਼ਨ ਦੇ ਹੀ ਰਿਹਾ ਹੈਗਾ ਐਮਾਜ਼ੋਨ ਤੋਂ ਔਨਲਾਈਨ ਆਰਡਰਸ 'ਤੇ, ਅਤੇ ਬਹੁਤ ਸਾਰੇ ਔਨਲਾਈਨ ਆਰਡਰਸ ਡਿਲੀਵਰੀ ਵੀ ਬਹੁਤ ਸਾਰੇ ਸਰੋਤੇ ਜਾਂ ਇਸ ਟਾਈਮ ਸੁਣ ਵੀ ਰਹੇ ਹੋਗੇ, ਸ਼ਾਇਦ ਕੁਝ ਡਰਾਈਵਰ ਭਰਾ ਜਿਹੜੇ ਐਮਾਜ਼ੋਨ ਦੀ ਡਿਲੀਵਰੀ ਕਰਦੇ ਹੋਗੇ। ਇਹ 1995 'ਚ ਐਮਾਜ਼ੋਨ ਸ਼ੁਰੂ ਹੋਇਆ ਸੀਗਾ ਜੁਲਾਈ 16 ਨੂੰ, ਅਤੇ ਪਹਿਲਾ ਕੰਮ ਸਿਰਫ ਇਹ ਕਿਤਾਬਾਂ ਹੀ ਵੇਚਣ ਲੱਗਾ ਸੀ ਅਮਰੀਕਾ ਦੇ ਵਿੱਚ, ਅਮਰੀਕਨ ਸਟੇਟਸ ਦੇ ਵਿੱਚ। ਹੌਲੀ ਹੌਲੀ ਦੁਨੀਆ ਦੇ ਵਿੱਚ ਛਾ ਗਿਆ, ਕਿਤਾਬਾਂ ਵੇਚਦਾ CD DVD ਮੀਡੀਆ ਹੋਰ ਚੀਜ਼ਾਂ ਐਡ ਹੁੰਦੀਆਂ ਰਹੀਆਂ ਅਤੇ ਐਮਾਜ਼ੋਨ ਵੱਡਾ ਹੁੰਦਾ ਰਿਹਾ। ਬੇਜ਼ੋਸ ਜਿਹੜਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਆ, ਉਹ ਐਮਾਜ਼ੋਨ ਦਾ ਓਨਰ ਅੱਜ ਕੱਲ੍ਹ ਆ, ਮਲਟੀ ਬਿਲੀਅਨਰ, ਸਭ ਤੋਂ ਅਮੀਰ ਬੰਦਾ ਐਮਾਜ਼ੋਨ ਦਾ ਮਾਲਕ ਆ ਅੱਜ ਦੁਨੀਆ ਦੇ ਵਿੱਚ। ਸਿਰਫ 1995 ਵਿੱਚ ਐਮਾਜ਼ੋਨ ਸ਼ੁਰੂ ਹੋਈ ਸੀ, ਅਤੇ ਅੱਜ ਇੱਕ ਕਹਿ ਲਓ ਕਿ ਲਾਈਫ ਦਾ ਪਾਰਕ ਬਣ ਗਈ ਹੈ ਸਾਰੇ ਲੋਕਾਂ ਦਾ। ਹਰੇਕ ਤਰ੍ਹਾਂ ਦੀ ਚੀਜ਼ ਤੁਸੀਂ ਐਮਾਜ਼ੋਨ ਤੇ ਹੁਣ ਖਰੀਦ ਸਕਦੇ ਆ ਈਵੇ ਵਾਂਗ। ਅਤੇ ਨਾਲ ਦੀ ਨਾਲ ਇਹ ਜਿਹੜੀ ਐਮਾਜ਼ੋਨ ਹੈ, ਕਹਿ ਲਓ ਕਿ ਹੁਣ ਚਾਹੇ ਕਿਤਾਬਾਂ ਨਹੀਂ ਬਹੁਤੀਆਂ ਵੇਚਦਾ, ਕਿਤਾਬਾਂ ਹੁਣ ਬਹੁਤੀਆਂ ਲੋਕ ਨਹੀਂ ਖਰੀਦਦੇ, ਪਰ ਹੋਰ ਚੀਜ਼ਾਂ ਬਹੁਤ ਜ਼ਿਆਦਾ ਵੇਚੀਆਂ ਜਾ ਰਹੀਆਂ ਹੈਗੀਆਂ। ਅਤੇ ਕਹਿੰਦੇ ਆ ਕਿ ਜਿਹੜਾ ਬੇਜ਼ੋਸ ਇਹਦਾ ਮਾਲਕ ਸੀ, ਉਹ ਜਦੋਂ ਪਹਿਲਾਂ ਕੰਮ ਸ਼ੁਰੂ ਕੀਤਾ 1995 'ਤੇ, ਉਹ ਕਿਤਾਬਾਂ ਦੀ ਵੈਨ ਆਪ ਲੈ ਕੇ ਜਾਂਦਾ ਹੁੰਦਾ ਸੀ, ਆਪ ਡਿਲੀਵਰੀਆਂ ਕਰਦਾ ਹੁੰਦਾ ਸੀਗਾ। ਸਿਰਫ 25-26 ਸਾਲ ਦੇ ਸਮੇਂ ਦੇ ਵਿੱਚ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਬਣਨ ਵਿੱਚ ਕਾਮਯਾਬ ਹੋਇਆ। 1969 ਦੀ ਘਟਨਾ ਆ, ਜੁਲਾਈ 20 ਨੂੰ। ਕੋਲਡ ਵੋਰ ਏਰਾ ਦੀ ਗੱਲ ਹੈਗੀ ਆ, ਜਦੋਂ ਰਸ਼ੀਆ ਦੇ ਵਿੱਚ
ਤੇ USA ਦੇ ਵਿੱਚ ਪੁਲਾੜ ਦੀ ਦੌੜ ਲੱਗੀ ਹੁੰਦੀ ਸੀ। ਜੁਲਾਈ 20 ਨੂੰ 1969 ਨੀਲ ਆਰਮਸਟਰੋਂਗ ਪਹਿਲਾ ਅਮਰੀਕਨ ਬੰਦਾ ਸੀ, ਪਹਿਲਾ ਦੁਨੀਆ ਦਾ ਬੰਦਾ ਸੀ ਜਿਹਨੇ ਚੰਦ ਤੇ ਪੈਰ ਰੱਖਿਆ ਸੀਗਾ। ਉਹ 3 ਬੰਦੇ ਗਏ ਸੀਗੇ। ਇੱਕ ਅਪੋਲੋ 11 ਜਿਹਦੇ ਵਿੱਚ ਉਹ ਗਏ ਸੀਗੇ, ਉਹਦੇ ਵਿੱਚ ਹੀ ਰਿਹਾ। ਇੱਕ ਨਾਲ ਚੰਦ ਤੇ ਪਹੁੰਚਿਆ, ਪਰ ਪਹਿਲਾ ਸਟੈਪ ਜਿਹੜਾ ਨੀਲ ਆਰਮਸਟਰੋਂਗ ਨੇ ਰੱਖਿਆ ਸੀਗਾ। ਤੇ ਇਹ ਜਿਹੜਾ ਅਪੋਲੋ 11 16 ਜੁਲਾਈ ਨੂੰ ਉੜਿਆ ਸੀ, 20 ਜੁਲਾਈ ਨੂੰ ਚੰਦ ਤੇ ਪਹੁੰਚਿਆ ਸੀਗਾ। 4 ਦਿਨਾਂ ਬਾਅਦ ਕੈਨੇਡੀ ਸਪੇਸ ਸੈਂਟਰ ਤੋਂ ਉੜਿਆ ਸੀਗਾ। 76 ਆਵਰਸ 76 ਘੰਟੇ ਲੱਗੇ ਸੀਗੇ ਇਹਨੂੰ ਚੰਦ ਤੇ ਪਹੁੰਚਣ ਨੂੰ। ਤੇ ਜਿਹੜਾ ਇਹਦੇ ਨਾਲ ਦੂਸਰਾ ਗਿਆ ਸੀਗਾ ਇਹ 2 ਬੰਦੇ, ਮਾਈਕਲ ਤੇ ਓਲਡਰਿਸ। ਮਾਈਕਲ ਅਪੋਲੋ 11 ਚ ਦੇ ਵਿੱਚ ਹੀ ਰਿਹਾ, ਉਹ ਚੰਦ ਤੱਕ ਨਹੀਂ ਗਿਆ ਸੀਗਾ, ਉਹ ਸਰਕਲ ਹੀ ਕਰਦਾ ਰਿਹਾ। ਓਲਡਰਿਸ ਨਾਲ ਗਿਆ ਸੀਗਾ, ਉਹਨੇ ਸਿਰਫ ਵੀਡੀਓ ਰਿਕਾਰਡਿੰਗ ਮਦਦ ਕੀਤੀ ਨੀਲ ਆਰਮਸਟਰੋਂਗ ਦੀ। ਜਿਹੜਾ ਮੇਨ ਇੰਜੀਨੀਅਰ ਸੀਗਾ ਨੀਲ ਆਰਮਸਟਰੋਂਗ ਹੀ ਸੀ ਜਿਹਨੇ ਧਰਤੀ ਤੇ ਸਟੈਪ ਕੀਤਾ ਸੀਗਾ। ਸੋ ਇਹ ਵੀ ਕੁਝ ਘਟਨਾਵਾਂ ਸੀਗੀਆਂ ਇਸ ਹਫ਼ਤੇ ਦੀਆਂ। ਗੱਲਬਾਤ ਹੋਰ ਕਿੰਨੀ ਕੁ ਕਰਨੀ ਆ ਉਹ ਆਪਾਂ ਅਗਲੇ ਪ੍ਰੋਗਰਾਮ ਦੇ ਪੜਾਅ ਵਿੱਚ ਤੁਹਾਡੇ ਨਾਲ ਪੂਰੀ ਕਰ ਲੈਣੀ ਆ। ਆਪਾਂ ਚੱਲਦੇ ਹਾਂ ਹੁਣ ਇੱਕ ਬ੍ਰੇਕ ਵੱਲ ਨੂੰ, ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਧੰਨਵਾਦ। ਵੈਲਕਮ ਬੈਕ। ਪ੍ਰੋਗਰਾਮ ਦੇ ਅਖੀਰਲੇ ਪੜਾਅ 'ਚ ਜਿਹੜੀ ਮੈਂ ਗੱਲ ਸ਼ੁਰੂ ਵਿੱਚ ਪ੍ਰੋਗਰਾਮ ਦੇ ਕੀਤੀ ਸੀਗੀ ਕਿ ਆਪਾਂ ਅਫਗਾਨਿਸਤਾਨ 'ਚ ਕੀ ਡਿਵੈਲਪਮੈਂਟ ਹੋਈ ਹੈ ਉਹ ਗੱਲ ਕਰਨੀ ਹੈ, ਪਰ ਉਹ ਤੋਂ ਪਹਿਲਾਂ ਕਲਾਈਮੇਟ ਚੇਂਜ ਦੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਕੈਲੀਫੋਰਨੀਆ ਦੇ ਵਿੱਚ ਵਾਈਲਡ ਫਾਇਰ ਆਮ ਕਰਕੇ ਇਹਨਾਂ ਦਿਨਾਂ ਵਿੱਚ ਹੁੰਦੀ ਹੈ ਕਿਉਂਕਿ ਉੱਥੇ ਸੋਕਾ ਪੈ ਜਾਂਦਾ ਹੈ ਅਤੇ ਧੁੱਪ ਵੀ ਗਰਮੀ ਵੀ ਕਾਫੀ ਹੋ ਜਾਂਦੀ ਹੈ। ਅਤੇ ਇਹ ਵਾਈਲਡ ਫਾਇਰ ਹੁਣ ਫੇਰ ਸ਼ੁਰੂ ਹੋ ਗਏ ਕੈਲੀਫੋਰਨੀਆ ਦੇ। ਪਿਛਲੇ ਸਾਲ ਸ਼ਾਇਦ ਸਰੋਤਿਆਂ ਨੂੰ ਇਹ ਪਤਾ ਵੀ ਹੋਏਗਾ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਕੈਲੀਫੋਰਨੀਆ ਦੇ, ਘਰਾਂ ਨੂੰ ਵੀ ਅਤੇ ਮਾਲੀ ਜਾਨੀ ਨੁਕਸਾਨ ਹੋਇਆ ਸੀਗਾ ਅਤੇ ਘਰ ਵੀ ਕਾਫੀ ਜਲ ਗਏ ਸੀਗੇ। ਅਤੇ ਇਸ ਸਾਲ ਵੀ ਕਹਿੰਦੇ ਕੱਲ੍ਹ ਦੀ ਗੱਲ ਹੈ ਕਿ 54.4 ਡਿਗਰੀ ਸੈਂਟੀਗ੍ਰੇਡ ਤੱਕ ਤਾਪਮਾਨ ਚਲ ਗਿਆ। ਤੁਹਾਨੂੰ ਪਤਾ ਹੀ ਆ ਕਿ ਪੰਜਾਬ ਵਿੱਚ ਜੇ 50 ਦਾ ਤਾਪਮਾਨ ਹੋ ਜਾਂਦਾ ਹੁੰਦਾ ਸੀ ਤਾਂ ਕਹਿੰਦੇ ਸੀ ਅੱਗ ਲੱਗ ਗਈ ਆ, ਸਭ ਕੁਝ ਤਪ ਗਿਆ। ਪਰ ਇਹ 50 ਤੋਂ ਵੀ ਉੱਪਰ 54.4 ਦਾ ਤਾਪਮਾਨ ਰਿਕਾਰਡ ਕੀਤਾ ਗਿਆ 1913 ਤੋਂ ਬਾਅਦ, ਕਿ 100 ਸਾਲ ਤੋਂ ਬਾਅਦ ਵੀ ਜ਼ਿਆਦਾ ਸਮਾਂ ਤੋਂ ਬਾਅਦ ਇੰਨਾ ਜ਼ਿਆਦਾ ਤਾਪਮਾਨ ਰਿਕਾਰਡ ਕੀਤਾ ਗਿਆ ਕੈਲੀਫੋਰਨੀਆ ਦੇ ਵਿੱਚ। ਅਤੇ ਹੁਣ ਗੱਲ ਸੋਚਣ ਵਾਲੀ ਹੈ ਕਿਹੜੀ, ਕਿ ਕਲਾਈਮੇਟ ਚੇਂਜ ਇਜ਼ ਰੀਅਲ। ਕੀ ਹਾਲਾਤ ਬਣਦੇ ਜਾ ਰਹੇ ਆ। ਅਸੀਂ ਪੰਜਾਬ ਦਾ ਸੋਸ਼ਲ ਮੀਡੀਆ 'ਤੇ ਕੀ ਦੇਖਿਆ। ਅਸੀਂ ਦੇਖਿਆ ਕਿ ਕਿੱਦਾਂ ਪਾਣੀ ਵੀ ਲਾਲ ਰੰਗ ਦਾ ਨਿਕਲਣਾ ਸ਼ੁਰੂ ਹੋ ਗਿਆ। ਜਿਹੜੀ ਪੰਜ ਆਬ ਜਿਹਦਾ ਨਾਂ ਹੀ ਪਾਣੀ ਦੇ ਨਾਂ ਸੀ, ਉੱਥੇ ਅੱਜ ਕੱਲ੍ਹ ਲੋਕ ਪਾਣੀ, ਸਾਫ਼ ਪਾਣੀ, ਪੀਣ ਵਾਲੇ ਪਾਣੀ ਤੋਂ ਤੜਫਣ ਲੱਗ ਪਏ ਆ। ਹਾਲਾਤ ਖਰਾਬ ਹੈ। ਸਰਕਾਰਾਂ ਕੋਈ ਮਦਦ ਕਰੂਗੀਆਂ? ਨੋ ਚਾਂਸ। ਸਰਕਾਰਾਂ ਨੇ 40 ਸਾਲ 50 ਸਾਲ ਜਿਹੜਾ ਉਹਦੇ ਵਿੱਚੋਂ ਅਰਕ ਕੱਢਣਾ ਸੀਗਾ ਕਿ ਦੇਸ਼ ਦਾ ਢਿੱਡ ਭਰਨਾ ਸੀ, ਉਹ ਭਰ ਲਿਆ। ਪਰ ਜਦੋਂ ਹੁਣ ਪੰਜਾਬ ਦੇ ਲੋਕ ਭੁੱਖੇ ਹੋਣ ਜਾ ਰਹੇ ਆ, ਸ਼ਾਇਦ ਹੀ ਕੋਈ ਮਦਦ 'ਤੇ ਆਵੇਗਾ। ਪੰਜਾਬ ਵਿੱਚ ਜੇ ਇਹੀ ਹਾਲਾਤ ਰਹੇ ਅਗਲੇ 4-5 ਸਾਲ, ਕੋਈ ਜ਼ਿਆਦਾ ਨਹੀਂ, ਸਿਰਫ 4-5 ਸਾਲ ਦੇ ਵਿੱਚ ਹੀ ਜਿਹੜਾ ਪਾਣੀ ਦਾ ਕਾਲ ਪੈਣ ਜਾ ਰਿਹਾ ਹੈਗਾ। ਲੋਕ ਗਰਮੀਆਂ ਨੂੰ ਪਾਣੀ, ਸਾਫ਼ ਪਾਣੀ ਦੇ ਲਈ ਤੜਫਿਆ ਕਰਨਗੇ। ਇਹ ਇੱਕ ਅੰਦਾਜ਼ਾ ਹੈਗਾ। ਅਤੇ ਸਾਇੰਟਿਸਟ ਦਾ ਕਹਿਣਾ ਹੈ ਕਿ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇਹਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ, ਕਲਾਈਮੇਟ ਚੇਂਜ ਨੂੰ। ਇਹ 'ਤੇ ਕੁਛ ਕਰਨਾ ਚਾਹੀਦਾ। ਜਿੱਦਾਂ ਕੋਵਿਡ-19 'ਤੇ, ਕਰੋਨਾ ਵਾਇਰਸ 'ਤੇ ਐਮਰਜੈਂਸੀ ਡਿਕਲੇਅਰ ਕੀਤੀ ਸਾਰੀ ਦੁਨੀਆ ਨੇ, ਕਲਾਈਮੇਟ ਉਹ ਤੋਂ ਵੀ ਵੱਡੀ ਚੈਲੰਜ ਹੈ। ਕਰੋਨਾ ਵਾਇਰਸ ਤੋਂ ਕਿਤੇ ਵੱਡੀ ਚੈਲੰਜ ਹੈ ਕਲਾਈਮੇਟ, ਜਿਹੜਾ ਇੰਨਾ ਬਦਲ ਰਿਹਾ ਹੈਗਾ। ਵਾਈਲਡ ਫਾਇਰ ਹੋ ਰਹੀਆਂ ਹੈਗੀਆਂ, ਇੰਨਾ ਟੈਂਪਰੇਚਰ ਵੱਧ ਰਿਹਾ, ਇੰਨੀ ਪਾਣੀ ਦੀ ਘਾਟ ਪੈ ਰਹੀ, ਇੰਨਾ ਏਅਰ ਪੋਲਿਊਸ਼ਨ ਹੋ ਰਿਹਾ ਹੈਗਾ। ਇੱਥੋਂ ਤੱਕ ਕਿ ਸਾਡੇ ਦਿਨ ਤੇ ਰਾਤ ਵੀ ਬਦਲ ਰਹੇ ਹੈਗੇ ਆ। ਬਹੁਤ ਕੁਛ ਬਦਲਿਆ ਜਾ ਰਿਹਾ। ਉਹਦੇ ਬਾਰੇ ਸਰਕਾਰਾਂ ਨੂੰ ਕੋਈ ਨਾ ਕੋਈ ਐਕਸ਼ਨ ਲੈਣ ਦੀ ਲੋੜ ਹੈ। ਸਿਕਿਉਰਿਟੀ ਫੋਰਸਿਸ
ਅਫਗਾਨਿਸਤਾਨ ਬਰਗਮ 에ਅਰਪੋਰਟ ਤੇ ਮੇਨ ਬੇਸ ਸੀ ਅਮਰੀਕਾ ਦਾ, ਜਿੱਥੋਂ ਅਮਰੀਕਨ ਨੇ ਆਪਣਾ ਬੇਸ ਚੱਕ ਲਿਆ। ਬ੍ਰਿਟਿਸ਼ ਪਹਿਲਾਂ ਹੀ ਚੱਕ ਲਿਆ ਆ, ਤੇ ਅਮਰੀਕਨ ਤੇ ਬ੍ਰਿਟਿਸ਼ ਬਾਹਰ ਹੋ ਗਏ ਆ ਅਫਗਾਨਿਸਤਾਨ ਨੂੰ ਤਾਲਿਬਾਨ ਦੇ ਮੁੜ ਹੱਥਾਂ ਵਿੱਚ ਛੱਡਣ ਲਈ। ਕੱਲ ਦੀ ਘਟਨਾ ਆ ਕਿ ਸਿਕਿਉਰਿਟੀ ਫੋਰਸਿਸ ਨੇ ਕਹਿੰਦੇ ਫੋਰਸ ਜਿਹੜੀ ਅਫਗਾਨਿਸਤਾਨ ਦੀ ਸਰਕਾਰ ਦੀ ਸਿਕਿਉਰਿਟੀ ਫੋਰਸਿਸ ਆ, ਉਹ ਬੰਦੇ ਛੱਡ ਦੌੜ ਰਹੇ ਆ। ਉਹ ਆਪਣੇ ਹਥਿਆਰ ਤਾਲਿਬਾਨ ਨੂੰ ਸੌਂਪ ਰਹੇ ਆ, ਤੁਸੀਂ ਰੱਖ ਲਓ। ਹੁਣ ਇਹਦੇ ਵਿੱਚ ਜੇ ਇੰਡੀਆ ਤੇ ਪਾਕਿਸਤਾਨ ਦੀ ਸਿਚੁਏਸ਼ਨ ਦੇਖੀਏ, ਪਾਕਿਸਤਾਨ ਦਾ ਜਿਹੜੀ ਉਸ ਸਮੇਂ ਦੀ ਅਮਰੀਕਨ ਸਪੋਰਟਡ ਸਰਕਾਰ ਸੀਗੀ, ਸੰਬੰਧ ਕੋ ਬਹੁਤਾ ਵਧੀਆ ਨਹੀਂ, ਪਰ ਤਾਲਿਬਾਨ ਦੇ ਨਾਲ ਪਾਕਿਸਤਾਨ ਦਾ ਸੰਬੰਧ ਹੈ, ਕਿਉਂਕਿ ਬਹੁਤ ਸਾਰੇ ਤਾਲਿਬਾਨ ਦੇ ਸੰਬੰਧ ਜਿਹੜੇ ਪਸ਼ਤੋ ਇਲਾਕਾ ਹੈਗਾ ਪਾਕਿਸਤਾਨ ਦਾ, ਉੱਥੋਂ ਲੋਕਾਂ ਦੇ ਤਾਲਿਬਾਨ ਦੇ ਨਾਲ ਸੰਬੰਧਿਤ ਹੈਗੇ ਆ। ਪਿਛਲੀ ਹਿਸਟਰੀ ਨੂੰ ਅਸੀਂ ਜਾਣਦੇ ਹਾਂ, ਮੈਂ ਥੋੜ੍ਹੀ ਕੁ ਬਹੁਤ ਤੁਹਾਨੂੰ ਯਾਦ ਵੀ ਕਰਾ ਦਿੰਦਾ ਹੈ ਨਾ। ਅਤੇ ਨਾਲ ਇਹ ਵੀ ਗਿਆ ਕਿ ਉਹ ਜਿਹੜੇ ਸਿਕਿਉਰਿਟੀ ਫੋਰਸਿਸ ਅਫਗਾਨਿਸਤਾਨ ਦੀ ਸਰਕਾਰ ਦੀ, ਉਹ ਬੰਦੇ ਫੌਜ ਛੱਡ ਕੇ ਦੌੜ ਰਹੇ ਆ, ਉਹ ਹਥਿਆਰ ਆਪਣੇ ਸਰੈਂਡਰ ਕਰ ਰਹੇ ਆ ਤਾਲਿਬਾਨ ਨੂੰ। ਅਤੇ ਅਫਗਾਨ ਸਰਕਾਰ ਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦੀ ਜਿਹੜੀ ਫੌਜ ਹੈਗੀ ਆ ਜਾਂ ਇਹਨਾਂ ਦੀ ਸਿਕਿਉਰਿਟੀ ਫੋਰਸਿਸ ਆ ਇੰਨੀਆਂ ਕਮਜ਼ੋਰ ਆ। ਇਹ ਸੱਚੇ ਸੋਚਦੇ ਸੀ ਕਿ ਤਾਲਿਬਾਨ ਮੋਹਰੇ ਖੜਨਗੇ, ਪਰ ਉਹ ਨਹੀਂ ਖੜ੍ਹ ਹੋ ਰਹੇ। ਇੱਕ ਇਹ ਗੱਲ ਵੀ ਕਹੀ ਗਈ ਆ ਕਿ ਤਾਲਿਬਾਨ ਲੋਕਾਂ ਨੇ ਇਹ ਵੀ ਕਿਹਾ ਆ ਕਿ ਅੱਜ ਦੇ ਦਿਨ ਇਹ ਮੈਨੂੰ ਪੜ੍ਹਨ ਵਿੱਚ ਮਿਲਿਆ ਕਿ ਜਿਹੜੇ ਜਿੱਦਾਂ ਕਿ ਉਹ ਗੇ ਲੋਕਾਂ ਦੇ ਵਿਰੋਧ ਵਿੱਚ ਹਨ, ਉਹ ਕਹਿੰਦੇ ਗੇ ਲੋਕਾਂ ਨੂੰ ਕੰਧ ਸੁੱਟ ਕੇ ਕੰਧ ਥੱਲੇ ਦੇ ਕੇ ਮਾਰ ਦੇਣਾ ਚਾਹੀਦਾ ਹੈ। ਗੱਲ ਕੀ ਸੀਗੀ? ਹੁਣ ਕਹਿੰਦੇ ਆ ਕਿ ਇਮਰਾਨ ਖਾਨ ਨੇ ਵੀ ਇਹ ਗੱਲ ਕਹੀ ਆ ਕਿ ਇਮਰਾਨ ਖਾਨ ਕਹਿੰਦਾ ਆ ਕਿ ਹਿੰਦੁਸਤਾਨ ਦੇ ਨਾਲ ਅਸੀਂ ਤਾਂ ਹੀ ਗੱਲ ਕਰਨੀ ਆ ਜੇ ਉਹ 370 ਧਾਰਾ ਮੁੜ ਕੇ ਲਾਗੂ ਕਰਦਾ ਹੈ ਕਸ਼ਮੀਰ ਦੇ ਵਿੱਚ। ਪਹਿਲਾਂ 370 ਧਾਰਾ ਦਾ ਕਸ਼ਮੀਰੀਆਂ ਨੂੰ, ਅਤੇ ਫਿਰ ਉਹ ਤੋਂ ਬਾਅਦ ਉਹਨਾਂ ਦੀ ਆਜ਼ਾਦੀ ਦੀ ਗੱਲ ਜਿਹੜੀ ਪਾਕਿਸਤਾਨ ਹਮੇਸ਼ਾ ਕਰਦਾ ਹੈਗਾ। ਅਤੇ ਹੁਣ ਅਫਗਾਨ ਫੌਜਾਂ ਕਾਫੀ ਕਮਜ਼ੋਰ ਪੈ ਗਈਆਂ। ਤਾਲਿਬਾਨ ਹੋ ਸਕਦਾ ਆ ਕਿ ਕਾਬਲ 'ਤੇ ਵੀ ਹਮਲਾ ਕਰਕੇ ਕਾਬਲ 'ਤੇ ਵੀ ਕਬਜ਼ਾ ਕਰ ਸਕਦੇ ਆ। ਗੱਲ ਥੋੜ੍ਹੀ ਮੈਂ ਪਿੱਛੇ ਲੈ ਜਾਵਾਂ 9/11 'ਤੇ, ਜਦੋਂ ਗੱਲ ਇਹ ਸ਼ੁਰੂ ਹੋਈ ਸੀਗੀ, ਸ਼ਾਇਦ ਤੁਹਾਨੂੰ ਮੈਂ ਯਾਦ ਕਰਾ ਦਿੰਦਾ। 9/11 2001 ਦੇ ਵਿੱਚ ਜਦੋਂ ਅਮਰੀਕਨ ਟਵਿਨ ਟਾਵਰ 'ਤੇ ਹਮਲਾ ਹੋਇਆ ਸੀਗਾ, ਸਤੰਬਰ ਦੇ ਵਿੱਚ ਹੋਇਆ ਸੀਗਾ। ਅਤੇ ਜਦੋਂ ਅਕਤੂਬਰ 2001 ਆਇਆ ਤਾਂ ਕੁਝ ਏਅਰ ਸਟਰਾਈਕ ਅਫਗਾਨਿਸਤਾਨ ਤੇ USA ਨੇ ਕੀਤੀਆਂ ਸੀਗੀਆਂ। ਕਹਿੰਦੇ ਸੀਗੇ ਕਿ ਸਾਨੂੰ ਅਸਾਮਾ ਬਿਨ ਲਾਦਨ ਵਾਪਸ ਦਿਓ। ਤਾਲਿਬਾਨ ਨੇ ਕਿਹਾ ਸੀ ਨਹੀਂ ਦੇਣਾ, ਅਤੇ ਕੁਝ ਏਅਰ ਸਟਰਾਈਕ ਹੋਈਆਂ ਸੀਗੀਆਂ। ਨਵੰਬਰ 2001 ਉਸੇ ਸਾਲ ਦੇ ਵਿੱਚ ਕੀ ਹੋਇਆ ਸੀਗਾ, ਫਿਰ ਕਾਬਲ 'ਤੇ ਹਮਲਾ ਕਰਕੇ USA ਉੱਥੇ ਆਪਣੀਆਂ ਫੌਜਾਂ, ਉਦੋਂ ਪਾਕਿਸਤਾਨ ਨੂੰ ਮਦਦ ਕਰਨੀ ਪਈ ਸੀ US ਫੌਜਾਂ ਦੀ, ਅਤੇ ਉੱਥੇ ਜਾ ਕੇ ਉਤਰ ਗਏ ਸੀਗੇ, ਬ੍ਰਿਟਿਸ਼ ਮਦਦ ਕਰਨ ਗਏ ਸੀਗੇ। ਅਤੇ ਫਿਰ 2004 ਦੇ ਵਿੱਚ ਹਾਮਿਦ ਕਾਰਜ਼ਾਈ ਨੂੰ ਪ੍ਰੈਜ਼ੀਡੈਂਟ ਬਣਾ ਦਿੱਤਾ ਸੀਗਾ ਅਮਰੀਕਨ ਮਦਦ ਦੇ ਨਾਲ। ਅਤੇ ਹੈਲਮੰਡ ਏਰੀਏ ਦੇ ਵਿੱਚ ਜ਼ਿਆਦਾ ਬ੍ਰਿਟਿਸ਼ ਫੌਜੀ ਗਏ ਸੀਗੇ। ਫਰਵਰੀ 2009 ਦੇ ਵਿੱਚ ਫਿਰ ਕੀ ਹੋ ਗਿਆ, ਬਰਾਕ ਓਬਾਮਾ ਸੀਗਾ ਉਦੋਂ, ਉਹਨੇ 1,40,000 ਫੌਜੀ ਭੇਜੇ ਸੀਗੇ ਅਫਗਾਨਿਸਤਾਨ ਦੇ ਵਿੱਚ। ਕਹਿੰਦਾ ਅਸਾਮੇ ਨੂੰ ਲੱਭੋ, ਅਤੇ ਅਸਾਮਾ ਜਾ ਕੇ ਪਾਕਿਸਤਾਨ 'ਚੋਂ ਲੱਭਿਆ ਸੀਗਾ 2011 ਮਈ 2011 ਵਿੱਚ, ਅਤੇ ਮਾਰ ਕੇ ਅਬੋਟਾਬਾਦ ਪਾਕਿਸਤਾਨ ਦੇ ਵਿੱਚ ਲੱਭਿਆ ਸੀਗਾ, ਅਤੇ ਮਾਰ ਕੇ ਕਹਿੰਦੇ ਕਿ ਸਮੁੰਦਰ 'ਚ ਦੱਬ ਦਿੱਤਾ। ਮਤਲਬ ਉਹਦੀ ਬੋਡੀ ਵੀ ਕਿਸੇ ਨੂੰ ਨਹੀਂ ਦਿੱਤੀ ਸੀਗੀ। ਇਹ 2011 ਦੀ ਗੱਲ ਆ। ਅਮਰੀਕਨ ਬ੍ਰਿਟਿਸ਼ ਫੌਜਾਂ ਅਫਗਾਨਿਸਤਾਨ ਦੀ ਧਰਤੀ 'ਤੇ ਸਨ। ਅਪ੍ਰੈਲ 2013 ਦੇ ਵਿੱਚ ਮੁੱਲਾ ਅਮਾਰ ਤਾਲਿਬਾਨ ਲੀਡਰ ਮਾਰਿਆ ਗਿਆ ਸੀਗਾ, ਜੋ ਬਾਅਦ ਦੇ ਵਿੱਚ ਜਿੱਦਾਂ ਹੁਣ 2 ਸਾਲ ਬਾਅਦ ਉਹਨੂੰ ਕੀ ਆ ਕਹਿੰਦੇ ਉਹ ਵੀ ਪਾਕਿਸਤਾਨ ਕਰਾਚੀ ਦੇ ਵਿੱਚ ਹੀ ਸੀਗਾ। ਆਮ ਕਰਕੇ US ਦੇ ਵਿਰੁੱਧ ਬੋਲਦਾ ਰਹਿੰਦਾ ਸੀਗਾ ਮੁੱਲਾ ਉਮਾ, ਜਾਣੀ ਕਿ ਨੰਬਰ 2 ਸੀ ਅਸਾਮਾ ਬਿਨ ਲਾਦਨ ਦਾ ਉਹ। ਫਿਰ 2015 ਆ ਗਿਆ
तालिबान सुसाइड अटैक होने शुरू हो गए। बहुत सारे काबुल दे विच अटैक होए जिहदे विच अमेरिकनां दा भी ब्रिटिश दा भी ते अफगान नैशनल्स दा भी नुकसान होया। ਸਰੋਤਿਆਂ ਨੂੰ शायद याद होएगा कि ਮੰਦਰਾਂ ਤੇ ਗੁਰਦੁਆਰਿਆਂ ਤੇ ਵੀ ਬਹੁਤ ਸਾਰੇ ਅਟੈਕ ਹੋਏ ਸੀਗੇ ਉਸ ਸਮੇਂ। ਕਹਿੰਦੇ ਆ ਕਿ 2019 ਤੱਕ ਉੱਥੋਂ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ 45,000 ਫੌਜੀ ਮਾਰੇ ਗਏ ਆ ਇਸ ਲੜਾਈ ਦੇ ਵਿੱਚ ਅਫਗਾਨਿਸਤਾਨ ਦੇ। ਫਿਰ ਅਮਰੀਕਨਾਂ ਨੂੰ ਵੀ ਇੰਨੇ ਚਿਰ ਬਾਅਦ ਦੇਖੋ 2001 ਦੇ ਉੱਥੇ ਗਏ ਹੋ ਸੀਗੇ, 2020 ਸਾਲ ਉੱਥੇ ਕੱਟਦੇ ਆ ਗਿਆ ਤੇ ਕਹਿੰਦੇ ਕਿ ਨਹੀਂ ਤਾਲਿਬਾਨ ਦੇ ਨਾਲ ਗੱਲ ਹੀ ਕਰ ਲੈਂਦੇ ਆ। ਫਿਰ 2020 ਦੇ ਵਿੱਚ ਇੱਕ ਸਮਝੌਤਾ ਕੀਤਾ ਤਾਲਿਬਾਨ ਦੇ ਨਾਲ ਵੀ ਅਸੀਂ ਛੱਡ ਦਿੰਦੇ ਹਾਂ। ਦੋਹਾ ਕਤਰ ਦੇ ਵਿੱਚ ਇਹ ਮੀਟਿੰਗ ਹੋਈ ਸੀਗੀ ਤਾਲਿਬਾਨ ਦੇ ਨਾਲ ਅਮਰੀਕਨ ਆਫੀਸਰਸ ਦੀ। ਡੀਲ ਵਿੱਚ ਇਹ ਕਿਹਾ ਗਿਆ ਕਿ ਅਗਲੇ 14 ਮਹੀਨਿਆਂ 'ਚ ਜੇ ਅਮਰੀਕਨ ਬ੍ਰਿਟਿਸ਼ ਫੌਜਾਂ ਉੱਥੋਂ ਨਿਕਲ ਗਈਆਂ ਹੈ ਨਾ ਤਾਂ ਤਾਲਿਬਾਨ ਜਿਹੜੇ ਆ ਉਹ ਹਮਲੇ ਬੰਦ ਕਰ ਦੇਣਗੇ। ਤੇ ਇਹ ਸਮਝੌਤਾ ਚੱਲਦਾ ਰਿਹਾ ਤੇ ਡੀਲ ਸਫਲ ਰਹੀ ਤੇ ਫੌਜਾਂ ਕੱਢ ਲਏ ਗਿਆ। ਮਤਲਬ ਕਿ ਅਖੀਰਲੀ ਤਰੀਕ ਸੈੱਟ ਕੀਤੀ ਗਈ ਸੀਗੀ 11 ਸਤੰਬਰ 2021, ਪਰ ਅਮਰੀਕਨਾਂ ਨੇ ਹੁਣ ਫੌਜਾਂ ਉਸ ਤੋਂ ਪਹਿਲਾਂ ਹੀ ਕੱਢ ਲਈਆਂ ਤੇ ਅਫਗਾਨਿਸਤਾਨ ਦੇ ਵਿੱਚ ਹਾਲਾਤ ਜਿਹੜੇ ਆ ਉਹ ਬਦਲਣ ਲੱਗ ਪਏ ਆ। ਉੱਥੇ ਮਰਦਾਂ ਨੂੰ ਕਹਿੰਦੇ ਕਿ ਹੁਣ ਕਿਹਾ ਜਾਂਦਾ ਕਿ ਦਾੜੀ ਰੱਖੋ ਤੇ ਔਰਤਾਂ ਨੂੰ ਕਿਹਾ ਜਾਂਦਾ ਹੈਗਾ ਕਿ ਉਹ ਇਕੱਲੀਆਂ ਬਾਹਰ ਨਾ ਨਿਕਲਣ ਤੇ ਪਰਦੇ ਵਿੱਚ ਰਹਿਣ। ਜਿਹੜੀ ਮੈਂ ਗੱਲ ਪਹਿਲਾਂ ਦੱਸ ਵੀ ਦਿੱਤੀ ਹੈ ਕਿ ਗੇ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਉਹਨਾਂ ਨੂੰ ਤਾਂ ਕੰਧ ਦੇ ਥੱਲੇ ਦੇ ਕੇ ਮਾਰ ਦੇਣਾ ਚਾਹੀਦਾ ਹੈ। ਪਾਕਿਸਤਾਨ ਦਾ ਕੀ ਸਟੈਂਡ ਹੈ? ਪਾਕਿਸਤਾਨ ਦਾ ਰੁਖ ਜਿਹੜਾ ਕਸ਼ਮੀਰ ਬਾਰੇ ਕੁਝ ਸਖਤ ਹੋ ਰਿਹਾ ਹੈਗਾ। ਤਾਲਿਬਾਨ ਆਉਣ ਦੇ ਕਰਕੇ ਇੰਡੀਆ ਦੇ ਜਿਹੜੀ ਅਫਗਾਨਿਸਤਾਨ ਦੇ ਵਿੱਚ ਇੰਡੀਅਨ ਸਰਕਾਰ ਦੀ ਗੱਲਬਾਤ ਆ ਉਹਦੀ ਸੁਣਵਾਈ ਘਟਣ ਦਾ ਚਾਂਸ ਹੈਗੇ। ਪਾਕਿਸਤਾਨ ਦੀ ਸਰਕਾਰ ਦੀ ਸੁਣਵਾਈ ਵਧਣ ਦੇ ਚਾਂਸ ਹੈਗੇ ਆ ਤੇ ਹੋ ਸਕਦਾ ਕਿ ਅਫਗਾਨਿਸਤਾਨ ਉਸੇ ਸਿਚੁਏਸ਼ਨ ਦੇ ਵਿੱਚ ਫਿਰ ਚੱਲ ਜਾਵੇ। ਪਰ ਕੋਈ 75% ਅਫਗਾਨਿਸਤਾਨ ਤੇ ਹੁਣ ਤਾਲਿਬਾਨ ਦਾ ਕਬਜ਼ਾ ਹੈਗਾ ਤੇ ਕਿਸੇ ਦਿਨ ਉਹ ਕਾਬੁਲ ਤੇ ਵੀ ਕਬਜ਼ਾ ਕਰ ਸਕਦੇ ਆ। ਮੈਂ ਦੱਸਿਆ ਕਿ ਸਿਕਿਉਰਿਟੀ ਫੋਰਸਿਸ ਜਿਹੜੀਆਂ ਉਹ ਛੱਡ ਕੇ ਦੌੜ ਰਹੀਆਂ ਹੈਗੀਆਂ। ਸੋ ਇਹ ਗੱਲਬਾਤ ਸੀਗੀ ਅੱਜ ਦੀ। ਮੈਂ ਆਸ ਕਰਦਾ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਸੁਝਾਅ ਦਿੰਦੇ ਰਿਹਾ ਕਰੋ, ਫੋਨ ਕਰ ਲਿਆ ਕਰੋ ਤੇ ਕੀ ਸੁਣਨਾ ਚਾਹੁੰਦੇ ਆ, ਕਿੱਦਾਂ ਇੰਪਰੂਵ ਕਰ ਸਕਦੇ ਆ। ਰੇਡੀਓ 5 ਸੁਣਦੇ ਰਹਿਣਾ ਆ। ਮੇਰੀ ਹੁਣ ਟਾਈਮ ਹੋ ਗਿਆ, ਮੈਨੂੰ ਦਿਓ ਇਜਾਜ਼ਤ। ਆਪਾਂ ਮਿਲਦੇ ਆ ਅਗਲੇ ਹਫਤੇ ਫਿਰ ਦੂਜਾ ਪੜਾਅ ਦੀ ਗੱਲਬਾਤ ਕਰਾਂਗੇ ਜਿਹੜਾ ਫਸਟ ਵਰਲਡ ਵਾਰ ਬਾਰੇ। ਤਾਂ ਅੱਜ ਮੈਨੂੰ ਇਜਾਜ਼ਤ ਦਿਓ, ਮਿਲਦੇ ਆ ਅਗਲੇ ਹਫਤੇ।